ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ। ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਜਾਣ ਦੇ ਸੁਪਨੇ ਵੇਖ ਰਹੇ ਲੋਕਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਓਨਟਾਰੀਓ ਸਰਕਾਰ ਨੇ ਆਪਣੇ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਯਾਨੀ ਕਿ OINP ਦੇ ਵਿੱਚ ਇਤਿਹਾਸਕ ਬਦਲਾਅ ਕਰ ਦਿੱਤਾ ਹੈ। 30 ਮਈ 2026 ਤੋਂ ਮੌਜੂਦਾ ਸਾਰੀਆਂ ਨੋ ਇਮੀਗ੍ਰੇਸ਼ਨ ਸਕੀਮਾਂ ਖਤਮ ਹੋ ਜਾਣਗੀਆਂ, ਜਿਨ੍ਹਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ, ਮਾਸਟਰਸ ਗ੍ਰੈਜੂਏਟ, PhD ਗ੍ਰੈਜੂਏਟ ਅਤੇ ਹਿਊਮਨ ਕੈਪੀਟਲ ਪ੍ਰਾਇਓਰਟੀਜ਼ ਵਰਗੀਆਂ ਪ੍ਰਸਿੱਧ ਸ਼੍ਰੇਣੀਆਂ ਵੀ ਸ਼ਾਮਲ ਨੇ। ਨਵੇਂ ਨਿਯਮਾਂ ਦੇ ਤਹਿਤ ਟਾਰਗੇਟਡ ਡਰਾ ਅਤੇ ਐਮਪਲੋਇਰ ਵੈਰੀਫਿਕੇਸ਼ਨ ਲਾਜ਼ਮੀ ਹੋਣ ਜਾ ਰਹੇ ਨੇ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੌਜੂਦਾ EOI ਪ੍ਰੋਫਾਈਲਾਂ ਦਾ ਕੀ ਬਣੇਗਾ। ਕੈਨੇਡਾ ਜਾਣ ਦੇ ਸੁਪਨੇ ਵੇਖ ਰਹੇ ਹਜ਼ਾਰਾਂ ਵਿਦਿਆਰਥੀਆਂ, ਵਰਕਰਾਂ ਤੇ ਇਮੀਗ੍ਰੇਸ਼ਨ ਉਮੀਦਵਾਰਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਓਨਟਾਰੀਓ ਸਰਕਾਰ ਨੇ ਆਪਣੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਯਾਨੀ ਕਿ OINP ਦੇ ਵਿੱਚ ਇਤਿਹਾਸਕ ਤਬਦੀਲੀਆਂ ਕਰ ਦਿੱਤੀਆਂ ਨੇ, ਜੋ 30 ਮਈ 2026 ਤੋਂ ਲਾਗੂ ਹੋ ਰਹੀਆਂ ਨੇ। ਇਹਨਾਂ ਨਵੇਂ ਨਿਯਮਾਂ ਦੇ ਤਹਿਤ OINP ਦੀਆਂ ਮੌਜੂਦਾ ਸਾਰੀਆਂ ਨੋ ਇਮੀਗ੍ਰੇਸ਼ਨ ਸਕੀਮਾਂ ਰੱਦ ਕਰ ਦਿੱਤੀਆਂ ਗਈਆਂ ਨੇ। ਇਸ ਦੇ ਵਿੱਚ ਫੋਰਨ ਵਰਕਰ, ਇੰਟਰਨੈਸ਼ਨਲ ਸਟੂਡੈਂਟ, ਮਾਸਟਰ ਗ੍ਰੈਜੂਏਟ, PhD ਗ੍ਰੈਜੂਏਟ, ਹਿਊਮਨ ਕੈਪੀਟਲ ਪ੍ਰਾਇਓਰਟੀਜ਼, ਫ੍ਰੈਂਚ ਸਪੀਕਿੰਗ, ਸਕਿਲਡ ਵਰਕਰ ਅਤੇ ਐਂਟਰਪ੍ਰੀਨਿਓਰ ਵਰਗੀਆਂ ਪ੍ਰਮੁੱਖ ਸ਼੍ਰੇਣੀਆਂ ਸ਼ਾਮਲ ਨੇ। ਇਸ ਦਾ ਮਤਲਬ ਹੈ ਕਿ ਜੋ ਉਮੀਦਵਾਰ ਇਹਨਾਂ ਪੁਰਾਣੀਆਂ ਸਕੀਮਾਂ ਦੇ ਤਹਿਤ ਯੋਗ ਸਨ, ਹੁਣ ਇਹਨਾਂ ਨਿਯਮਾਂ ਦੇ ਆਧਾਰ ਤੇ ਅਰਜ਼ੀ ਨਹੀਂ ਦੇ ਸਕਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਓਨਟਾਰੀਓ ਸਰਕਾਰ ਨੇ ਹਜੇ ਤੱਕ ਸਪਸ਼ਟ ਨਹੀਂ ਕੀਤਾ ਕਿ ਇਹਨਾਂ ਸਕੀਮਾਂ ਦੀ ਥਾਂ ਕਿਹੜੇ ਨਵੇਂ ਪ੍ਰੋਗਰਾਮ ਲਿਆਂਦੇ ਜਾਣਗੇ ਅਤੇ ਮੌਜੂਦਾ EOI ਪ੍ਰੋਫਾਈਲਾਂ ਦਾ ਕੀ ਬਣੇਗਾ। ਨਵੇਂ ਨਿਯਮਾਂ ਦੇ ਅਨੁਸਾਰ ਹੁਣ OINP ਡਾਇਰੈਕਟਰ ਨੂੰ ਟਾਰਗੇਟਡ ਡਰਾ ਕਰਨ ਦਾ ਅਧਿਕਾਰ ਮਿਲ ਗਿਆ। ਇਸ ਤਹਿਤ ਕੇਵਲ ਉਹੀ ਉਮੀਦਵਾਰ ਸੱਦੇ ਪ੍ਰਾਪਤ ਕਰਨਗੇ ਜੋ ਸੂਬੇ ਦੀ ਲੇਬਰ ਮਾਰਕੀਟ ਤੇ ਖਾਸ ਹੁਨਰ ਦੀ ਲੋੜਾਂ ਨੂੰ ਪੂਰਾ ਕਰਦੇ ਹੋਣਗੇ। ਇਸ ਨਾਲ ਜਿਹੜੀਆਂ ਸਟਰੀਮਾਂ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਲਾਜ਼ਮੀ ਹੈ, ਉਹਨਾਂ ਦੇ ਵਿੱਚ ਹੁਨਰ ਰੁਜ਼ਗਾਰਦਾਤਾ ਦਾ OINP ਦੇ ਨਾਲ ਰਜਿਸਟਰ ਹੋਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਦਰਅਸਲ ਓਨਟਾਰੀਓ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਭਵਿੱਖ ਦੇ ਵਿੱਚ ਨਵੀਆਂ ਸਕੀਮਾਂ ਲਿਆਂਦੀਆਂ ਜਾ ਸਕਦੀਆਂ ਨੇ, ਜਿਨ੍ਹਾਂ ਵਿੱਚ ਸਿਹਤ ਸੰਭਾਲ ਖੇਤਰ ਦੇ ਲਈ ਖਾਸ ਧਾਰਾ, ਉਦਮੀ ਧਾਰਾ ਤੇ ਬੇਮਿਸਾਲ ਪ੍ਰਤਿਭਾ ਲਈ ਨਵਾਂ ਰਸਤਾ ਸ਼ਾਮਲ ਹੋ ਸਕਦਾ ਹੈ। ਪਰ ਹਜੇ ਤੱਕ ਇਹਨਾਂ ਦੀਆਂ ਯੋਗਤਾ ਸ਼ਰਤਾਂ ਜਾਂ ਸ਼ੁਰੂਆਤੀ ਮਿਤੀਆਂ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ। ਫਿਲਹਾਲ OINP ਦੇ ਵਿੱਚ ਇਹ ਸਭ ਤੋਂ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ ਤੇ ਹਜ਼ਾਰਾਂ ਇਮੀਗ੍ਰੇਸ਼ਨ ਉਮੀਦਵਾਰਾਂ ਦੇ ਲਈ ਨਜ਼ਰਾਂ ਹੁਣ ਓਨਟਾਰੀਓ ਸਰਕਾਰ ਦੇ ਅਗਲੇ ਐਲਾਨਾਂ ਉੱਤੇ ਟਿਕੀਆਂ ਹੋਈਆਂ ਨੇ। ਜਿਵੇਂ ਹੀ ਨਵੀਆਂ ਸਟਰੀਮਾਂ ਤੇ ਯੋਗਤਾ ਨਿਯਮਾਂ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ, ਅਸੀਂ ਤੁਹਾਨੂੰ ਸਭ ਤੋਂ ਪਹਿਲੇ ਅਪਡੇਟ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ। ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਜਾਣ ਦੇ ਸੁਪਨੇ ਵੇਖ ਰਹੇ ਲੋਕਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਓਨਟਾਰੀਓ ਸਰਕਾਰ ਨੇ ਆਪਣੇ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਯਾਨੀ ਕਿ OINP ਦੇ ਵਿੱਚ ਇਤਿਹਾਸਕ ਬਦਲਾਅ ਕਰ ਦਿੱਤਾ ਹੈ। 30 ਮਈ 2026 ਤੋਂ ਮੌਜੂਦਾ ਸਾਰੀਆਂ ਨੋ ਇਮੀਗ੍ਰੇਸ਼ਨ ਸਕੀਮਾਂ ਖਤਮ ਹੋ ਜਾਣਗੀਆਂ, ਜਿਨ੍ਹਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ, ਮਾਸਟਰਸ ਗ੍ਰੈਜੂਏਟ, PhD ਗ੍ਰੈਜੂਏਟ ਅਤੇ ਹਿਊਮਨ ਕੈਪੀਟਲ ਪ੍ਰਾਇਓਰਟੀਜ਼ ਵਰਗੀਆਂ ਪ੍ਰਸਿੱਧ ਸ਼੍ਰੇਣੀਆਂ ਵੀ ਸ਼ਾਮਲ ਨੇ। ਨਵੇਂ ਨਿਯਮਾਂ ਦੇ ਤਹਿਤ ਟਾਰਗੇਟਡ ਡਰਾ ਅਤੇ ਐਮਪਲੋਇਰ ਵੈਰੀਫਿਕੇਸ਼ਨ ਲਾਜ਼ਮੀ ਹੋਣ ਜਾ ਰਹੇ ਨੇ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੌਜੂਦਾ EOI ਪ੍ਰੋਫਾਈਲਾਂ ਦਾ ਕੀ ਬਣੇਗਾ। ਕੈਨੇਡਾ ਜਾਣ ਦੇ ਸੁਪਨੇ ਵੇਖ ਰਹੇ ਹਜ਼ਾਰਾਂ ਵਿਦਿਆਰਥੀਆਂ, ਵਰਕਰਾਂ ਤੇ ਇਮੀਗ੍ਰੇਸ਼ਨ ਉਮੀਦਵਾਰਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਓਨਟਾਰੀਓ ਸਰਕਾਰ ਨੇ ਆਪਣੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਯਾਨੀ ਕਿ OINP ਦੇ ਵਿੱਚ ਇਤਿਹਾਸਕ ਤਬਦੀਲੀਆਂ ਕਰ ਦਿੱਤੀਆਂ ਨੇ, ਜੋ 30 ਮਈ 2026 ਤੋਂ ਲਾਗੂ ਹੋ ਰਹੀਆਂ ਨੇ। ਇਹਨਾਂ ਨਵੇਂ ਨਿਯਮਾਂ ਦੇ ਤਹਿਤ OINP ਦੀਆਂ ਮੌਜੂਦਾ ਸਾਰੀਆਂ ਨੋ ਇਮੀਗ੍ਰੇਸ਼ਨ ਸਕੀਮਾਂ ਰੱਦ ਕਰ ਦਿੱਤੀਆਂ ਗਈਆਂ ਨੇ। ਇਸ ਦੇ ਵਿੱਚ ਫੋਰਨ ਵਰਕਰ, ਇੰਟਰਨੈਸ਼ਨਲ ਸਟੂਡੈਂਟ, ਮਾਸਟਰ ਗ੍ਰੈਜੂਏਟ, PhD ਗ੍ਰੈਜੂਏਟ, ਹਿਊਮਨ ਕੈਪੀਟਲ ਪ੍ਰਾਇਓਰਟੀਜ਼, ਫ੍ਰੈਂਚ ਸਪੀਕਿੰਗ, ਸਕਿਲਡ ਵਰਕਰ ਅਤੇ ਐਂਟਰਪ੍ਰੀਨਿਓਰ ਵਰਗੀਆਂ ਪ੍ਰਮੁੱਖ ਸ਼੍ਰੇਣੀਆਂ ਸ਼ਾਮਲ ਨੇ। ਇਸ ਦਾ ਮਤਲਬ ਹੈ ਕਿ ਜੋ ਉਮੀਦਵਾਰ ਇਹਨਾਂ ਪੁਰਾਣੀਆਂ ਸਕੀਮਾਂ ਦੇ ਤਹਿਤ ਯੋਗ ਸਨ, ਹੁਣ ਇਹਨਾਂ ਨਿਯਮਾਂ ਦੇ ਆਧਾਰ ਤੇ ਅਰਜ਼ੀ ਨਹੀਂ ਦੇ ਸਕਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਓਨਟਾਰੀਓ ਸਰਕਾਰ ਨੇ ਹਜੇ ਤੱਕ ਸਪਸ਼ਟ ਨਹੀਂ ਕੀਤਾ ਕਿ ਇਹਨਾਂ ਸਕੀਮਾਂ ਦੀ ਥਾਂ ਕਿਹੜੇ ਨਵੇਂ ਪ੍ਰੋਗਰਾਮ ਲਿਆਂਦੇ ਜਾਣਗੇ ਅਤੇ ਮੌਜੂਦਾ EOI ਪ੍ਰੋਫਾਈਲਾਂ ਦਾ ਕੀ ਬਣੇਗਾ। ਨਵੇਂ ਨਿਯਮਾਂ ਦੇ ਅਨੁਸਾਰ ਹੁਣ OINP ਡਾਇਰੈਕਟਰ ਨੂੰ ਟਾਰਗੇਟਡ ਡਰਾ ਕਰਨ ਦਾ ਅਧਿਕਾਰ ਮਿਲ ਗਿਆ। ਇਸ ਤਹਿਤ ਕੇਵਲ ਉਹੀ ਉਮੀਦਵਾਰ ਸੱਦੇ ਪ੍ਰਾਪਤ ਕਰਨਗੇ ਜੋ ਸੂਬੇ ਦੀ ਲੇਬਰ ਮਾਰਕੀਟ ਤੇ ਖਾਸ ਹੁਨਰ ਦੀ ਲੋੜਾਂ ਨੂੰ ਪੂਰਾ ਕਰਦੇ ਹੋਣਗੇ। ਇਸ ਨਾਲ ਜਿਹੜੀਆਂ ਸਟਰੀਮਾਂ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਲਾਜ਼ਮੀ ਹੈ, ਉਹਨਾਂ ਦੇ ਵਿੱਚ ਹੁਨਰ ਰੁਜ਼ਗਾਰਦਾਤਾ ਦਾ OINP ਦੇ ਨਾਲ ਰਜਿਸਟਰ ਹੋਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਦਰਅਸਲ ਓਨਟਾਰੀਓ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਭਵਿੱਖ ਦੇ ਵਿੱਚ ਨਵੀਆਂ ਸਕੀਮਾਂ ਲਿਆਂਦੀਆਂ ਜਾ ਸਕਦੀਆਂ ਨੇ, ਜਿਨ੍ਹਾਂ ਵਿੱਚ ਸਿਹਤ ਸੰਭਾਲ ਖੇਤਰ ਦੇ ਲਈ ਖਾਸ ਧਾਰਾ, ਉਦਮੀ ਧਾਰਾ ਤੇ ਬੇਮਿਸਾਲ ਪ੍ਰਤਿਭਾ ਲਈ ਨਵਾਂ ਰਸਤਾ ਸ਼ਾਮਲ ਹੋ ਸਕਦਾ ਹੈ। ਪਰ ਹਜੇ ਤੱਕ ਇਹਨਾਂ ਦੀਆਂ ਯੋਗਤਾ ਸ਼ਰਤਾਂ ਜਾਂ ਸ਼ੁਰੂਆਤੀ ਮਿਤੀਆਂ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ।
ਫਿਲਹਾਲ OINP ਦੇ ਵਿੱਚ ਇਹ ਸਭ ਤੋਂ ਵੱਡਾ ਬਦਲਾਅ ਮੰਨਿਆ ਜਾ ਰਿਹਾ ਤੇ ਹਜ਼ਾਰਾਂ ਇਮੀਗ੍ਰੇਸ਼ਨ ਉਮੀਦਵਾਰਾਂ ਦੇ ਲਈ ਨਜ਼ਰਾਂ ਹੁਣ ਓਨਟਾਰੀਓ ਸਰਕਾਰ ਦੇ ਅਗਲੇ ਐਲਾਨਾਂ ਉੱਤੇ ਟਿਕੀਆਂ ਹੋਈਆਂ ਨੇ। ਜਿਵੇਂ ਹੀ ਨਵੀਆਂ ਸਟਰੀਮਾਂ ਤੇ ਯੋਗਤਾ ਨਿਯਮਾਂ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ, ਅਸੀਂ ਤੁਹਾਨੂੰ ਸਭ ਤੋਂ ਪਹਿਲੇ ਅਪਡੇਟ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਜਾਣ ਦੇ ਸੁਪਨੇ ਵੇਖ ਰਹੇ ਲੋਕਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਓਨਟਾਰੀਓ ਸਰਕਾਰ ਨੇ ਆਪਣੇ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਯਾਨੀ ਕਿ OINP ਦੇ ਵਿੱਚ ਇਤਿਹਾਸਕ ਬਦਲਾਅ ਕਰ ਦਿੱਤਾ ਹੈ। 30 ਮਈ 2026 ਤੋਂ ਮੌਜੂਦਾ ਸਾਰੀਆਂ ਨੋ ਇਮੀਗ੍ਰੇਸ਼ਨ ਸਟਰੀਮਾਂ ਖਤਮ ਹੋ ਜਾਣਗੀਆਂ, ਜਿਨ੍ਹਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ, ਮਾਸਟਰਸ ਗ੍ਰੈਜੂਏਟ, PhD ਗ੍ਰੈਜੂਏਟ ਅਤੇ ਹਿਊਮਨ ਕੈਪੀਟਲ ਪ੍ਰਾਇਓਰਟੀਜ਼ ਵਰਗੀਆਂ ਪ੍ਰਸਿੱਧ ਸ਼੍ਰੇਣੀਆਂ ਵੀ ਸ਼ਾਮਲ ਨੇ। ਨਵੇਂ ਨਿਯਮਾਂ ਦੇ ਤਹਿਤ ਟਾਰਗੇਟਡ ਡਰਾ ਅਤੇ ਐਮਪਲੋਇਰ ਵੈਰੀਫਿਕੇਸ਼ਨ ਲਾਜ਼ਮੀ ਹੋਣ ਜਾ ਰਹੇ ਨੇ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੌਜੂਦਾ EOI ਪ੍ਰੋਫਾਈਲਾਂ ਦਾ ਕੀ ਬਣੇਗਾ। ਕੈਨੇਡਾ ਜਾਣ ਦੇ ਸੁਪਨੇ ਵੇਖ ਰਹੇ ਹਜ਼ਾਰਾਂ ਵਿਦਿਆਰਥੀਆਂ, ਵਰਕਰਾਂ ਤੇ ਇਮੀਗ੍ਰੇਸ਼ਨ ਉਮੀਦਵਾਰਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਓਨਟਾਰੀਓ ਸਰਕਾਰ ਨੇ ਆਪਣੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਯਾਨੀ ਕਿ OINP ਦੇ ਵਿੱਚ ਇਤਿਹਾਸਕ ਤਬਦੀਲੀਆਂ ਕਰ ਦਿੱਤੀਆਂ ਨੇ, ਜੋ 30 ਮਈ 2026 ਤੋਂ ਲਾਗੂ ਹੋ ਰਹੀਆਂ ਨੇ। ਇਹਨਾਂ ਨਵੇਂ ਨਿਯਮਾਂ ਦੇ ਤਹਿਤ OINP ਦੀਆਂ ਮੌਜੂਦਾ ਸਾਰੀਆਂ ਨੋ ਇਮੀਗ੍ਰੇਸ਼ਨ ਸਟਰੀਮਾਂ ਰੱਦ ਕਰ ਦਿੱਤੀਆਂ ਗਈਆਂ ਨੇ। ਇਸ ਦੇ ਵਿੱਚ ਫੋਰਨ ਵਰਕਰ, ਇੰਟਰਨੈਸ਼ਨਲ ਸਟੂਡੈਂਟ, ਮਾਸਟਰ ਗ੍ਰੈਜੂਏਟ, PhD ਗ੍ਰੈਜੂਏਟ, ਹਿਊਮਨ ਕੈਪੀਟਲ ਪ੍ਰਾਇਓਰਟੀਜ਼, ਫ੍ਰੈਂਚ ਸਪੀਕਿੰਗ, ਸਕਿਲਡ ਵਰਕਰ ਅਤੇ ਐਂਟਰਪ੍ਰੀਨਿਓਰ ਵਰਗੀਆਂ ਪ੍ਰਮੁੱਖ ਸ਼੍ਰੇਣੀਆਂ ਸ਼ਾਮਲ ਨੇ। ਇਸ ਦਾ ਮਤਲਬ ਹੈ ਕਿ ਜੋ ਉਮੀਦਵਾਰ ਇਹਨਾਂ ਪੁਰਾਣੀਆਂ ਸਟਰੀਮਾਂ ਦੇ ਤਹਿਤ ਯੋਗ ਸਨ, ਹੁਣ ਇਹਨਾਂ ਨਿਯਮਾਂ ਦੇ ਆਧਾਰ ਤੇ ਅਰਜ਼ੀ ਨਹੀਂ ਦੇ ਸਕਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਓਨਟਾਰੀਓ ਸਰਕਾਰ ਨੇ ਹਜੇ ਤੱਕ ਸਪਸ਼ਟ ਨਹੀਂ ਕੀਤਾ ਕਿ ਇਹਨਾਂ ਸਟਰੀਮਾਂ ਦੀ ਥਾਂ ਕਿਹੜੇ ਨਵੇਂ ਪ੍ਰੋਗਰਾਮ ਲਿਆਂਦੇ ਜਾਣਗੇ ਤੇ ਮੌਜੂਦਾ EOI ਪ੍ਰੋਫਾਈਲਾਂ ਦਾ ਕੀ ਬਣੇਗਾ। ਨਵੇਂ ਨਿਯਮਾਂ ਦੇ ਅਨੁਸਾਰ ਹੁਣ OINP ਡਾਇਰੈਕਟਰ ਨੂੰ ਟਾਰਗੇਟਡ ਡਰਾ ਕਰਨ ਦਾ ਅਧਿਕਾਰ ਮਿਲ ਗਿਆ। ਇਸ ਤਹਿਤ ਕੇਵਲ ਉਹੀ ਉਮੀਦਵਾਰ ਸੱਦੇ ਪ੍ਰਾਪਤ ਕਰਨਗੇ ਜੋ ਸੂਬੇ ਦੀ ਲੇਬਰ ਮਾਰਕੀਟ ਤੇ ਖਾਸ ਹੁਨਰ ਦੀ ਲੋੜਾਂ ਨੂੰ ਪੂਰਾ ਕਰਦੇ ਹੋਣਗੇ। ਇਸ ਦੇ ਨਾਲ ਹੀ ਜਿਹੜੀਆਂ ਸਟਰੀਮਾਂ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਲਾਜ਼ਮੀ ਹੈ, ਉਹਨਾਂ ਦੇ ਵਿੱਚ ਹੁਨਰ ਰੁਜ਼ਗਾਰਦਾਤਾ ਦਾ OINP ਦੇ ਨਾਲ ਰਜਿਸਟਰ ਹੋਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਦਰਅਸਲ ਓਨਟਾਰੀਓ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਭਵਿੱਖ ਦੇ ਵਿੱਚ ਨਵੀਆਂ ਸਟਰੀਮਾਂ ਲਿਆਂਦੀਆਂ ਜਾ ਸਕਦੀਆਂ ਨੇ, ਜਿਨ੍ਹਾਂ ਵਿੱਚ ਸਿਹਤ ਸੰਭਾਲ ਖੇਤਰ ਦੇ ਲਈ ਖਾਸ ਧਾਰਾ, ਉਦਮੀ ਧਾਰਾ ਤੇ ਬੇਮਿਸਾਲ ਪ੍ਰਤਿਭਾ ਲਈ ਨਵਾਂ ਰਸਤਾ ਸ਼ਾਮਲ ਹੋ ਸਕਦਾ ਹੈ। ਪਰ ਹਜੇ ਤੱਕ ਇਹਨਾਂ ਦੀਆਂ ਯੋਗਤਾ ਸ਼ਰਤਾਂ ਜਾਂ ਸ਼ੁਰੂਆਤੀ ਮਿਤੀਆਂ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ। ਫਿਲਹਾਲ OINP ਦੇ ਵਿੱਚ ਇਹ ਸਭ ਤੋਂ ਵੱਡਾ ਬਦਲਾਅ ਮੰਨਿਆ ਜਾ ਰਿਹਾ ਤੇ ਹਜ਼ਾਰਾਂ ਇਮੀਗ੍ਰੇਸ਼ਨ ਉਮੀਦਵਾਰਾਂ ਦੇ ਲਈ ਨਜ਼ਰਾਂ ਹੁਣ ਓਨਟਾਰੀਓ ਸਰਕਾਰ ਦੇ ਅਗਲੇ ਐਲਾਨਾਂ ਉੱਤੇ ਟਿਕੀਆਂ ਹੋਈਆਂ ਨੇ। ਜਿਵੇਂ ਹੀ ਨਵੀਆਂ ਸਟਰੀਮਾਂ ਤੇ ਯੋਗਤਾ ਨਿਯਮਾਂ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ, ਅਸੀਂ ਤੁਹਾਨੂੰ ਸਭ ਤੋਂ ਪਹਿਲੇ ਅਪਡੇਟ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਜਾਣ ਦੇ ਸੁਪਨੇ ਵੇਖ ਰਹੇ ਲੋਕਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਓਨਟਾਰੀਓ ਸਰਕਾਰ ਨੇ ਆਪਣੇ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਯਾਨੀ ਕਿ OINP ਦੇ ਵਿੱਚ ਇਤਿਹਾਸਕ ਬਦਲਾਅ ਕਰ ਦਿੱਤਾ ਹੈ। 30 ਮਈ 2026 ਤੋਂ ਮੌਜੂਦਾ ਸਾਰੀਆਂ ਨੋ ਇਮੀਗ੍ਰੇਸ਼ਨ ਸਟਰੀਮਾਂ ਖਤਮ ਹੋ ਜਾਣਗੀਆਂ, ਜਿਨ੍ਹਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ, ਮਾਸਟਰਸ ਗ੍ਰੈਜੂਏਟ, PhD ਗ੍ਰੈਜੂਏਟ ਅਤੇ ਹਿਊਮਨ ਕੈਪੀਟਲ ਪ੍ਰਾਇਓਰਟੀਜ਼ ਵਰਗੀਆਂ ਪ੍ਰਸਿੱਧ ਸ਼੍ਰੇਣੀਆਂ ਵੀ ਸ਼ਾਮਲ ਨੇ। ਨਵੇਂ ਨਿਯਮਾਂ ਦੇ ਤਹਿਤ ਟਾਰਗੇਟਡ ਡਰਾ ਅਤੇ ਐਮਪਲੋਇਰ ਵੈਰੀਫਿਕੇਸ਼ਨ ਲਾਜ਼ਮੀ ਹੋਣ ਜਾ ਰਹੇ ਨੇ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੌਜੂਦਾ EOI ਪ੍ਰੋਫਾਈਲਾਂ ਦਾ ਕੀ ਬਣੇਗਾ। ਕੈਨੇਡਾ ਜਾਣ ਦੇ ਸੁਪਨੇ ਵੇਖ ਰਹੇ ਹਜ਼ਾਰਾਂ ਵਿਦਿਆਰਥੀਆਂ, ਵਰਕਰਾਂ ਤੇ ਇਮੀਗ੍ਰੇਸ਼ਨ ਉਮੀਦਵਾਰਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਓਨਟਾਰੀਓ ਸਰਕਾਰ ਨੇ ਆਪਣੇ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਯਾਨੀ ਕਿ OINP ਦੇ ਵਿੱਚ ਇਤਿਹਾਸਕ ਤਬਦੀਲੀਆਂ ਕਰ ਦਿੱਤੀਆਂ ਨੇ, ਜੋ 30 ਮਈ 2026 ਤੋਂ ਲਾਗੂ ਹੋ ਰਹੀਆਂ ਨੇ। ਇਹਨਾਂ ਨਵੇਂ ਨਿਯਮਾਂ ਦੇ ਤਹਿਤ OINP ਦੀਆਂ ਮੌਜੂਦਾ ਸਾਰੀਆਂ ਨੋ ਇਮੀਗ੍ਰੇਸ਼ਨ ਸਟਰੀਮਾਂ ਰੱਦ ਕਰ ਦਿੱਤੀਆਂ ਗਈਆਂ ਨੇ। ਇਸ ਦੇ ਵਿੱਚ ਫੋਰਨ ਵਰਕਰ, ਇੰਟਰਨੈਸ਼ਨਲ ਸਟੂਡੈਂਟ, ਮਾਸਟਰ ਗ੍ਰੈਜੂਏਟ, PhD ਗ੍ਰੈਜੂਏਟ, ਹਿਊਮਨ ਕੈਪੀਟਲ ਪ੍ਰਾਇਓਰਟੀਜ਼, ਫ੍ਰੈਂਚ ਸਪੀਕਿੰਗ, ਸਕਿਲਡ ਵਰਕਰ ਅਤੇ ਐਂਟਰਪ੍ਰੀਨਿਓਰ ਵਰਗੀਆਂ ਪ੍ਰਮੁੱਖ ਸ਼੍ਰੇਣੀਆਂ ਸ਼ਾਮਲ ਨੇ। ਇਸ ਦਾ ਮਤਲਬ ਹੈ ਕਿ ਜੋ ਉਮੀਦਵਾਰ ਇਹਨਾਂ ਪੁਰਾਣੀਆਂ ਸਟਰੀਮਾਂ ਦੇ ਤਹਿਤ ਯੋਗ ਸਨ, ਹੁਣ ਇਹਨਾਂ ਨਿਯਮਾਂ ਦੇ ਆਧਾਰ ਤੇ ਅਰਜ਼ੀ ਨਹੀਂ ਦੇ ਸਕਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਓਨਟਾਰੀਓ ਸਰਕਾਰ ਨੇ ਹਜੇ ਤੱਕ ਸਪਸ਼ਟ ਨਹੀਂ ਕੀਤਾ ਕਿ ਇਹਨਾਂ ਸਟਰੀਮਾਂ ਦੀ ਥਾਂ ਕਿਹੜੇ ਨਵੇਂ ਪ੍ਰੋਗਰਾਮ ਲਿਆਂਦੇ ਜਾਣਗੇ ਤੇ ਮੌਜੂਦਾ EOI ਪ੍ਰੋਫਾਈਲਾਂ ਦਾ ਕੀ ਬਣੇਗਾ।
ਨਵੇਂ ਨਿਯਮਾਂ ਦੇ ਅਨੁਸਾਰ ਹੁਣ OINP ਡਾਇਰੈਕਟਰ ਨੂੰ ਟਾਰਗੇਟਡ ਡਰਾ ਕਰਨ ਦਾ ਅਧਿਕਾਰ ਮਿਲ ਗਿਆ ਹੈ। ਇਸ ਤਹਿਤ ਕੇਵਲ ਉਹੀ ਉਮੀਦਵਾਰ ਸੱਦੇ ਪ੍ਰਾਪਤ ਕਰਨਗੇ ਜੋ ਸੂਬੇ ਦੀ ਲੇਬਰ ਮਾਰਕੀਟ ਤੇ ਖਾਸ ਹੁਨਰ ਦੀ ਲੋੜਾਂ ਨੂੰ ਪੂਰਾ ਕਰਦੇ ਹੋਣਗੇ। ਇਸ ਦੇ ਨਾਲ ਹੀ ਜਿਹੜੀਆਂ ਸਟਰੀਮਾਂ ਦੇ ਵਿੱਚ ਨੌਕਰੀ ਦੀ ਪੇਸ਼ਕਸ਼ ਲਾਜ਼ਮੀ ਹੈ, ਉਹਨਾਂ ਦੇ ਵਿੱਚ ਹੁਨਰ ਰੁਜ਼ਗਾਰਦਾਤਾ ਦਾ OINP ਦੇ ਨਾਲ ਰਜਿਸਟਰ ਹੋਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਦਰਅਸਲ ਓਨਟਾਰੀਓ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਭਵਿੱਖ ਦੇ ਵਿੱਚ ਨਵੀਆਂ ਸਟਰੀਮਾਂ ਲਿਆਂਦੀਆਂ ਜਾ ਸਕਦੀਆਂ ਨੇ, ਜਿਨ੍ਹਾਂ ਵਿੱਚ ਸਿਹਤ ਸੰਭਾਲ ਖੇਤਰ ਦੇ ਲਈ ਖਾਸ ਧਾਰਾ, ਉਦਮੀ ਧਾਰਾ ਤੇ ਬੇਮਿਸਾਲ ਪ੍ਰਤੀਬੱਧ ਲਈ ਨਵਾਂ ਰਸਤਾ ਸ਼ਾਮਲ ਹੋ ਸਕਦਾ ਹੈ। ਪਰ ਹਜੇ ਤੱਕ ਇਹਨਾਂ ਦੀਆਂ ਯੋਗਤਾ ਸ਼ਰਤਾਂ ਜਾਂ ਸ਼ੁਰੂਆਤੀ ਮਿਤੀਆਂ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ। ਫਿਲਹਾਲ OINP ਦੇ ਵਿੱਚ ਇਹ ਸਭ ਤੋਂ ਵੱਡਾ ਬਦਲਾਅ ਮੰਨਿਆ ਜਾ ਰਿਹਾ ਤੇ ਹਜ਼ਾਰਾਂ ਇਮੀਗ੍ਰੇਸ਼ਨ ਉਮੀਦਵਾਰਾਂ ਦੇ ਲਈ ਨਜ਼ਰਾਂ ਹੁਣ ਓਨਟਾਰੀਓ ਸਰਕਾਰ ਦੇ ਅਗਲੇ ਐਲਾਨਾਂ ਉੱਤੇ ਟਿਕੀਆਂ ਹੋਈਆਂ ਨੇ। ਜਿਵੇਂ ਹੀ ਨਵੀਆਂ ਸਟਰੀਮਾਂ ਤੇ ਯੋਗਤਾ ਨਿਯਮਾਂ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ, ਅਸੀਂ ਤੁਹਾਨੂੰ ਸਭ ਤੋਂ ਪਹਿਲੇ ਅਪਡੇਟ ਕਰਾਂਗੇ।